अस्सलाम वालेकुम। कल शाम वेले ना मेरा दिल किया मैं झट तुर फिर लईए। तो मैं तुरदा तुरदा ना साढ़े नाल ही इत्थों कोई दो महल्ले छड्ड के तीसरे महल्ले च ना एक भाना बनाया चौधरी दस्तगीर गुज्जर साहब ने, उत्थे चला गया। उन्होंने भाने विच ना उन्होंने गाइयां शाइयां रखियां, मझां रखियां ते दुद्ध शुद्ध का कारोबार करते। मैं भी जाके बह गया, उत्थे एक बजुर्ग भी बैठे सीगे। ਐਵੇਂ ਗੱਲਾਂ ਤੁਰ ਪਈਆਂ। ਪਹਿਲੇ ਪਾਕਿਸਤਾਨ ਦੀਆਂ ਗੱਲਾਂ ਹੁੰਦੀਆਂ ਰਹੀਆਂ, ਫਿਰ ਬਰਾਦਰੀਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਕੌਮਾਂ ਦੀਆਂ। ਫਿਰ ਬਾਅਦ ਵਿੱਚ ਐਂਡ ਵਿੱਚ ਨਾ ਹੱਕ ਹੁੱਕ ਦੀ ਜ਼ਮੀਨਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਵੀ ਜ਼ਮੀਨ ਜਿਹੜੀ ਹੁੰਦੀ ਆ ਕੀ ਹੁੰਦੀ ਆ, ਇਹਦੀ ਕੀ ਅਹਿਮੀਅਤ ਆ, ਜਾਂ ਇਹ ਕਿੱਦਾਂ ਤਕਸੀਮ ਹੁੰਦੀ ਆ ਭੈਣਾਂ ਭਰਾਵਾਂ 'ਚ। ਇਹ ਗੱਲਾਂ ਚੱਲਦੀਆਂ ਸੀਗੀਆਂ ਤੇ ਬਾਬੇ ਨੇ ਨਾ ਉੱਥੇ ਬੈਠੇ ਬੈਠੇ ਇੱਕ ਗੱਲ ਸੁਣਾਈ। ਬਾਬੇ ਨੇ ਕਿਹਾ ਯਾਰ ਜਿਹੜਾ ਸਾਡਾ ਪਿੰਡ ਆ ਨਾ, ਉੱਥੇ ਦੋ ਭਾਈ ਸੀਗੇ। ਇੱਕ ਦੋਨਾਂ ਕੋਲ ਨਾ ਮੁਰੱਬਾ ਜ਼ਮੀਨ ਦਾ ਸੀ, 12.5 ਕਿੱਲੇ ਆਉਂਦੇ ਸੀ ਇੱਕ ਨੂੰ। 12.5 ਛੋਟੇ ਭਾਈ ਦੇ ਸੀਗੇ ਤੇ 12.5 ਵੱਡੇ ਕੋਲ ਸੀਗੇ। ਤੇ ਨੰਬਰਦਾਰੀ ਤਾਂ ਮਿਲਦੀ ਸੀ ਪਿੰਡ ਦੀ ਅਗਰ 25 ਕਿੱਲੇ ਹੁੰਦੇ ਇੱਕ ਦਿਨ ਨਾਲ। ਛੋਟੇ ਭਾਈ ਨੇ ਸੋਚਿਆ ਵੀ ਵੱਡੇ ਭਾਈ ਨੂੰ ਨੰਬਰਦਾਰੀ ਮਿਲ ਜਾਵੇ ਤੇ ਮੈਂ ਇਹਨੂੰ ਆਪਣੀ ਜ਼ਮੀਨ ਵੀ ਇਹਦੇ ਨਾਂ ਕਰਵਾ ਦੇਣਾ। ਜਦੋਂ ਇਹਨੂੰ ਨੰਬਰਦਾਰੀ ਮਿਲ ਜਾਊਗੀ ਤੇ ਇਹ ਮੇਰੀ ਜ਼ਮੀਨ ਮੈਨੂੰ ਪਿੱਛੇ ਕਰ ਦੂਗਾ, ਵਾਪਸ ਕਰ ਦੂਗਾ। ਛੋਟੇ ਭਾਈ ਨੇ ਆਪਣੇ ਵੱਡੇ ਭਾਈ ਨੂੰ ਕਿਹਾ ਵੀ ਤੂੰ ਯਾਰ 12.5 ਕਿੱਲੇ ਮੇਰੇ ਵਾਲੇ ਵੀ ਆਪਣੇ ਨਾਂ ਇੰਤਕਾਲ ਕਰਵਾ ਲਾ ਤੇ ਨੰਬਰਦਾਰੀ ਹੱਥੋਂ ਨਹੀਂ ਜਾਣੀ ਚਾਹੀਦੀ। ਬਾਅਦ 'ਚ ਯਾਰ ਤੂੰ ਜ਼ਮੀਨ ਮੈਨੂੰ ਦੇ ਦੀ ਵਾਪਸ। ਉਹਨੇ ਕਿਹਾ ਠੀਕ। ਛੋਟੇ ਭਾਈ ਨੇ ਆਪਣੇ 12.5 ਕਿੱਲੇ ਜ਼ਮੀਨ ਜਿਹੜੀ ਨਾ ਵੱਡੇ ਦੇ ਨਾਂ ਕਰਵਾਤੀ। ਵੱਡੇ ਕੋਲ ਹੋ ਗਏ 25 ਕਿੱਲੇ, ਉਹਨੂੰ ਨੰਬਰਦਾਰੀ ਮਿਲ ਗਈ ਪਿੰਡ ਦੀ। ਵਕਤ ਗੁਜ਼ਰਦਾ ਰਿਹਾ, 2-4 ਸਾਲ 10 ਸਾਲ ਗੁਜ਼ਰ ਗਏ। ਛੋਟੇ ਨੇ ਕਿਹਾ ਵੀ ਭਾਈ ਜਿਹੜੀ 12.5 ਕਿੱਲੇ ਜ਼ਮੀਨ ਮੈਂ ਤੇਰੇ ਨਾਂ ਕਰਵਾਈ ਸੀ ਨਾ ਇੰਤਕਾਲ, ਇਹ ਹੁਣ ਮੈਨੂੰ ਵਾਪਸ ਕਰ ਦੇ। ਹੁਣ ਤੂੰ ਨੰਬਰਦਾਰ ਹੈਗਾ ਵਾ, ਪੱਕੇ ਤੇਰੇ ਕੋਲ ਨੰਬਰਦਾਰੀ ਆ, ਹੁਣ ਮਸਲਾ ਕੋਈ ਨਹੀਂ ਹੈਗਾ। ਤੇ ਲਿਹਾਜ਼ਾ ਜਿਹੜੇ ਮੈਂ ਤੇਰੇ ਨਾਂ ਜ਼ਮੀਨ ਕਰਵਾਈ ਸੀ ਨਾ, ਉਹ ਮੈਨੂੰ ਵਾਪਸ ਦੇ ਦੇ। ਤੇ ਜਿਹੜਾ ਵੱਡਾ ਭਾਈ ਸੀ ਉਹ ਟਾਲ ਮਟੋਲ ਕਰਨ ਲੱਗ ਗਿਆ, ਕਰਵਾਉਂਦੇ ਆ ਹੁਣ ਕਰਵਾਉਂਦੇ ਆ ਫਿਰ ਕਰਵਾਉਂਦੇ ਆ। ਜਦੋਂ ਕਾਫੀ ਅਰਸਾ ਗੁਜ਼ਰ ਗਿਆ ਨਾ ਐਵੇਂ ਟਾਲ ਮਟੋਲ ਕਰਦੇ ਆ, ਤੇ ਛੋਟੇ ਨੂੰ ਜਰੀ ਸ਼ੱਕ ਪਿਆ ਵੀ ਵੱਡਾ ਭਾਈ ਬੇਈਮਾਨ ਹੋ ਗਿਆ, ਜ਼ਮੀਨ ਵਾਪਸ ਨਹੀਂ ਕਰਦਾ। ਹੁਣ ਉਹਨੇ 2-4 ਪਿੰਡ ਦੇ ਜਿਹੜੇ ਬਜ਼ੁਰਗ ਸੀ, ਵੱਡੇ ਬੰਦੇ ਸੀ ਨਾ, ਉਹਨਾਂ ਨੂੰ ਇਕੱਠਾ ਕੀਤਾ। ਉਹਨਾਂ ਨੂੰ ਕਿਹਾ ਵੀ ਜਿਹੜਾ ਮੇਰਾ ਵੱਡਾ ਭਾਈ ਹੈ ਨਾ, ਮੈਂ ਇਹਦੇ ਨਾਲ ਆਪਣੇ 12.5 ਕਿੱਲੇ ਜ਼ਮੀਨ ਕਰਵਾਈ ਸੀ ਵੀ ਇਹਨੂੰ ਨੰਬਰਦਾਰੀ ਮਿਲ ਜਾਵੇ। ਤੇ ਮੈਂ ਇਹਨੂੰ ਕਿਹਾ ਸੀ ਵੀ ਜਦੋਂ ਤੈਨੂੰ ਨੰਬਰਦਾਰੀ ਮਿਲ ਜੂਗੀ ਨਾ, ਤੂੰ 12.5 ਕਿੱਲੇ ਮੇਰੇ ਮੈਨੂੰ ਵਾਪਸ ਕਰ ਦੀ। ਤੂੰ ਹੁਣ ਮੇਰਾ ਵੱਡਾ ਭਾਈ ਮੈਨੂੰ 12.5 ਕਿੱਲੇ ਵਾਪਸ ਹੀ ਨਹੀਂ ਕਰ ਰਿਹਾ। ਪਿੰਡ ਦੇ ਲੋਕ ਇਕੱਠੇ ਹੋ ਕੇ ਵੱਡੇ ਕੋਲ ਚਲੇ ਗਏ, ਜਿਹੜਾ ਨੰਬਰਦਾਰ ਸੀ। ਉਹਨੂੰ ਕਿਹਾ ਯਾਰ ਛੋਟੇ ਭਾਈ ਨੇ ਜਿਹੜਾ ਤੈਨੂੰ ਜ਼ਮੀਨ ਆ, ਛੋਟੇ ਭਾਈ ਦਾ ਹਿੱਸਾ ਉਹਨੂੰ ਦੇ ਦੇ। ਉਹਨੇ ਕਿਹਾ ਯਾਰ ਮੇਰੀ ਔਲਾਦ ਨਹੀਂ ਮੰਨਦੀ। ਵੀ ਤੇਰੀ ਔਲਾਦ ਕਿਉਂ ਨਹੀਂ ਮੰਨਦੀ? ਉਹਦਾ ਹਿੱਸਾ ਵਾ, ਉਹ ਤੇਰਾ ਭਾਈ ਆ, ਉਹਨੇ ਤੇਰੇ ਤੇ ਅਹਿਸਾਨ ਕੀਤਾ ਵਾ, ਤੈਨੂੰ ਜ਼ਮੀਨ ਦਿੱਤੀ ਆ ਤਾਂ ਕਿ ਤੂੰ ਨੰਬਰਦਾਰ ਬਣ ਜਾਵੇਂ। ਹੁਣ ਤੂੰ ਕਹਿੰਦਾ ਮੇਰੀ ਔਲਾਦ ਨਹੀਂ ਮੰਨਦੀ। ਉਹਨੇ ਕਿਹਾ ਜੀ ਕੀ ਕਰਾਂ, ਮੇਰੇ ਘਰ ਵਾਲੇ ਨਹੀਂ ਮੰਨਦੇ, ਮੇਰੇ ਮੁੰਡੇ ਨਹੀਂ ਮੰਨਦੇ, ਮੇਰੇ ਘਰ 'ਚ ਫਸਾਦ ਪੈਂਦਾ। ਲੋਕਾਂ ਨੇ ਕਿਹਾ ਅੱਲਾ ਦੇ ਨੇਕ ਬੰਦਿਆ, ਜ਼ਮੀਨ ਤੇਰੇ ਭਰਾ ਦੀ ਆ, ਕਿਸੇ ਦਾ ਹੱਕ ਦੇਣ ਨਾਲ ਵੀ ਘਰ 'ਚ ਭਲਾ ਫਸਾਦ ਪੈਂਦਾ। ਉਹਨੇ ਕਿਹਾ ਜੀ ਨਹੀਂ, ਮੇਰੇ ਘਰ 'ਚ ਫਸਾਦ ਪੈਂਦਾ। ਮੁੱਕ ਦੀ ਗੱਲ ਮੁਕਾਓ। ਛੋਟੇ ਭਾਈ ਨੇ ਬੜਾ ਢਿੱਲ ਲਾ ਲਿਆ, ਲੋਕੀ ਇਕੱਠੇ ਕਰਕੇ ਲੈ ਕੇ ਗਿਆ ਲੋਕਾਂ ਨੂੰ, ਮਿੰਨਤਾਂ ਤਰਲੇ ਕੀਤੇ ਲੋਕਾਂ ਨੇ ਵੀ ਵੱਡੇ ਭਾਈ ਨਹੀਂ ਮੰਨਿਆ, ਉਹਨੇ ਛੋਟੇ ਭਾਈ ਦਾ ਹੱਕ ਨਹੀਂ ਦਿੱਤਾ, ਜ਼ਮੀਨ ਖਾ ਗਿਆ। ਔਲਾਦ ਦੋਨਾਂ ਦੀ ਜਵਾਨ ਹੋ ਗਈ। ਜਿਹੜਾ ਛੋਟਾ ਸੀ ਨਾ ਭਾਈ ਜਿਹਨੇ ਜ਼ਮੀਨ ਦਿੱਤੀ ਸੀ, ਉਹਦਾ ਇੱਕ ਮੁੰਡਾ ਵਾਪਡਾ 'ਚ ਲੱਗ ਗਿਆ, ਇੱਕ ਪੁਲਿਸ 'ਚ ਲੱਗ ਗਿਆ, ਇੱਕ ਜਿਹੜਾ ਜ਼ਿਮੀਂਦਾਰਾ ਕਰਨ ਲੱਗ ਗਿਆ। ਤੇ ਅੱਲਾਹ ਤਾਲਾ ਨੇ ਉਹਦੇ 'ਤੇ ਵੀ ਬੜੀ ਰਹਿਮਤ ਕੀਤੀ, ਰੰਗ ਲਾ ਦਿੱਤੇ। ਉਹ ਤਿੰਨੋਂ ਜਿਹੜੇ ਨੇ ਉਹ ਕੰਮ 'ਤੇ ਲੱਗ ਗਏ। ਅੱਗੇ ਉਹਨਾਂ ਦੀ ਔਲਾਦ ਜਿਹੜੀ ਆ ਉਹ ਤਿੰਨਾਂ ਦੀ ਪੜ ਗਈ, ਚੰਗੇ ਤੋਂ ਚੰਗੇ ਅਹੁਦਿਆਂ 'ਤੇ ਪਹੁੰਚ ਗਏ। ਬੜੀ ਤਰੱਕੀ ਕੀਤੀ ਉਹਨਾਂ ਨੇ, ਬੜਾ ਨਾਂ ਕਮਾਇਆ, ਬੜੀ ਇੱਜ਼ਤ ਮਿਲੀ ਉਹਨਾਂ ਨੂੰ। ਹੁਣ ਵੀ ਉਹਨਾਂ 'ਤੇ ਬੜੀ ਖੁਸ਼ਹਾਲੀ ਆ। ਹੁਣ ਵੀ ਪਿੰਡ ਵਿੱਚ ਉਹ ਚੌਧਰੀ ਸਦਵਾਉਂਦੇ ਆ, ਜਿਨ੍ਹਾਂ ਦੀ ਜ਼ਮੀਨ ਦਾ ਖੋਲੀ ਸੀ ਵੱਡੇ ਭਾਈ ਨੇ ਨਾ ਹੱਕ ਮਾਰਿਆ ਸੀ, ਜਿਨ੍ਹਾਂ ਦਾ ਹੱਕ ਮਾਰਿਆ ਸੀ ਉਹ ਚੌਧਰੀ ਆ ਹੁਣ ਪਿੰਡ ਦੇ। ਤੇ ਜਿਹਨੇ ਜ਼ਮੀਨ 12 ਕਿੱਲੇ ਖੋਈ ਸੀ ਆਪਣੇ ਭਾਈ ਦੀ 12.5 ਕਿੱਲੇ,
ਉਹਦੇ ਜਿਹੜੇ ਪੁੱਤ ਸੀ ਨਾ ਚਾਰੋਂ, ਉਹ ਨਿਕੰਮੇ ਨਿਕਲੇ, ਲਫੰਟਰ ਨਿਕਲੇ, ਨਸ਼ੇਈ ਨਿਕਲੇ, ਸ਼ਰਾਬੀ ਨਿਕਲੇ। ਉਹਨਾਂ 'ਚੋਂ ਕੋਈ ਬੰਦਾ ਨਹੀਂ ਪੜ੍ਹਿਆ, ਕਿਸੇ ਨੇ ਕੋਈ ਸਰਕਾਰੀ ਨੌਕਰੀ ਨਹੀਂ ਕੀਤੀ। ਉਹ ਜਿਹੜਾ ਪਿਓ ਵਾਲਾ ਮੁਰੱਬਾ ਸੀ ਨਾ, 12 ਕਿੱਲੇ ਪਿਓ ਵਾਲੇ, ਤੇ ਜਿਹੜੇ 12 ਚਾਚੇ ਦੇ ਖਾਦੇ ਸੀ, ਉਹਦੇ ਤੇ ਉਹਨਾਂ ਨੇ ਗੁਜ਼ਾਰਾ ਕੀਤਾ। ਚੋਰੀਆਂ, ਡਕੈਤੀਆਂ, ਨਸ਼ੇਈਆਂ ਨਾਲ ਰਾਬਤੇ, ਜਿਹੜੇ ਲੁੱਚੇ ਲਫੰਗੇ, ਲੋਫਰ, ਡਾਕੂ, ਉਹਨਾਂ ਨਾਲ ਰਾਬਤੇ 'ਚ ਉਹਨਾਂ ਨੇ ਨਾ ਪੁੱਠੇ ਕੰਮ ਕਰ ਕਰਕੇ ਆਪਣਾ ਘਰ ਬਰਬਾਦ ਕਰ ਲਿਆ, ਉਜਾੜ ਲਿਆ। ਘਰ ਉਜੜਨ ਦੀ ਇਬਤਦਾ ਤਾਂ ਉਦੋਂ ਹੀ ਹੋ ਗਈ ਸੀਗੀ ਜਦੋਂ ਉਹਨਾਂ ਦੇ ਪਿਓ ਨੇ ਨਾ ਛੋਟੇ ਭਾਈ ਦਾ ਹੱਕ ਖਾ ਲਿਆ ਸੀ। ਉਹ ਜਿਹਨੇ ਹੱਕ ਖਾਦਾ ਸੀ, 12.5 ਕਿੱਲੇ ਭਾਈ ਦੇ ਖਾਦੇ ਸੀਗੇ, ਉਹ ਮਰਿਆ। ਸੁਣਿਆ ਬਾਬਾ ਕਹਿੰਦਾ ਵੀ ਜਦੋਂ ਮਰਿਆ ਨਾ, ਲੋਕੀ ਤੌਬਾ ਕਰਦੇ ਸੀਗੇ, ਇੰਨੀ ਉਹਦੀ ਗੰਦੀ ਹਾਲਤ ਸੀਗੀ। ਉਹਦੇ ਲਾਗੇ ਲੱਗ ਗਏ ਸੀਗੇ, ਮੰਜੇ ਤੇ ਪੈ ਕੇ ਜ਼ਖਮ ਹੋ ਗਏ ਸੀ, ਕੀੜੇ ਪੈਣ ਵਾਲੇ ਹੋਏ ਸੀਗੇ। ਉਹਨੂੰ ਮੌਤ ਨਹੀਂ ਸੀ ਆਉਂਦੀ। ਲੋਕਾਂ ਨੇ ਉਹਦੇ ਪੁੱਤਾਂ ਨੂੰ ਤਰਲੇ ਕੀਤੇ ਵੀ ਪਿਓ ਤੁਹਾਡਾ ਮਰ ਨਹੀਂ ਰਿਹਾ ਸੌਖਾ, ਅਜੇ ਵੀ ਟਾਈਮ ਆ, ਅਜੇ ਵੀ ਚਾਚੇ ਦਾ ਹੱਕ ਦੇ ਦਿਓ, 12.5 ਕਿੱਲੇ ਦੇ ਦਿਓ। ਨਹੀਂ ਦਿੱਤੇ ਉਹਨਾਂ ਨੇ। ਉਹ ਜਿਹੜਾ ਬਾਬਾ ਜਿਹਨੇ 12.5 ਕਿੱਲੇ ਖਾਦੇ ਸੀ ਭਰਾ ਦੇ, ਉਹ ਖੁਆਰ ਹੋ ਕੇ, ਤੰਗ ਹੋ ਕੇ ਮਰਿਆ। ਦੁਨੀਆ ਨੇ ਉਹਨੂੰ ਨਾ, ਉਹ ਇਬਰਤ ਦਾ ਨਿਸ਼ਾਨ ਬਣ ਕੇ ਮਰਿਆ। ਤੇ ਉਹ ਤਾਂ ਦੁਨੀਆ ਦੀ ਗੱਲ ਹੈ ਨਾ, ਅੱਗੇ ਪਤਾ ਨਹੀਂ ਉਹਨੇ ਕੀ ਭੋਗਣੀ ਆ ਜੇ। ਕਿ ਉਹਦੇ 3-4 ਮੁੰਡੇ ਜਿਹੜੇ ਉਹ ਨਿਕੰਮੇ ਨਿਕਲੇ, ਸ਼ਰਾਬੀ ਕਬਾਬੀ ਨਿਕਲੇ, ਡਕੈਤ ਚੋਰ ਨਿਕਲੇ, ਲੋਫਰ ਨਿਕਲੇ, ਨਸ਼ੇਈ ਨਿਕਲੇ। ਫਿਰ ਅੱਗੇ ਉਹਨਾਂ ਦੀ ਔਲਾਦ ਜੰਮੀ, ਔਲਾਦ ਵੀ ਨਿਕੰਮੀ ਜੰਮੀ। ਸਹੀ ਇੱਦਾਂ ਦੀ ਜੰਮੀ ਕਿ ਉਹ ਕਹਿੰਦੇ ਨਾ, ਇਹੋ ਜਿਹੀ ਇਹਨਾਂ ਨੂੰ ਨਾ ਹੋਵੇ ਤਾਂ ਚੰਗਾ। ਉਹ ਇੱਦਾਂ ਦੇ ਜੰਮੇ ਅੱਗੇ। ਹੁਣ ਬਾਬਾ ਦੱਸ ਰਿਹਾ ਸੀ ਵੀ ਜਿਹਨੇ ਹੱਕ ਖਾਦਾ ਸੀ ਨਾ, ਜਿਹਦੇ ਕੋਈ 4 ਮੁੰਡੇ ਸੀ, ਉਹਨਾਂ ਦੀ ਘਰ ਦੀ ਹਾਲਤ ਆ ਵਾ ਕਿ ਕੰਧਾਂ ਟੁੱਟੀਆਂ ਵਾ। ਲੋਕੀ ਉਹਨਾਂ ਦੇ ਘਰ ਦੇ ਵਿੱਚ ਆਪਣੇ ਘਰ ਦਾ ਕੂੜਾ ਸਿੱਟਦੇ ਆ, ਰੂੜੀ ਸਿੱਟਦੇ ਆ, ਤੇ ਪਿੰਡ ਦੇ ਜਿਹੜੇ ਅਵਾਰਾ ਕੁੱਤੇ ਉੱਥੇ ਮੂਤਦੇ ਜਾ ਕੇ ਉਹਦੇ ਘਰ ਵਿੱਚ। ਆ ਹੈਗਾ ਵਾ ਦੂਏ ਦਾ ਹੱਕ ਖਾਣ ਦਾ ਨਤੀਜਾ। ਦੂਏ ਦਾ ਹੱਕ ਜਿਹੜਾ ਖਾਂਦਾ ਵਾ, ਉਹ ਕਦੀ ਹਰਾ ਨਹੀਂ ਹੋਇਆ, ਉਹ ਕਦੀ ਉੱਤੋਂ ਨਹੀਂ ਗਿਆ, ਉਹ ਹਮੇਸ਼ਾ ਉਜੜਦਾ ਵਾ। ਉਹ ਜਿਹੜਾ ਨਾ, ਜਿਹਦਾ ਹੱਕ ਖਾਦਾ ਹੁੰਦਾ, ਉਹ ਫਿਰ ਵੀ ਹਰਾ ਹੋ ਜਾਂਦਾ, ਲੇਕਿਨ ਜਿਹੜਾ ਹੱਕ ਖਾਂਦਾ ਉਹ ਕਦੀ ਹਰਾ ਨਹੀਂ ਹੁੰਦਾ। ਉਹ ਗੱਲ ਆ ਨਾ, ਪੁਰਾਣੇ ਦੌਰ ਵਿੱਚ ਇੱਕ ਚੋਰ ਸੀਗਾ, ਉਹਨੇ ਆਪਣੇ ਪੁੱਤ ਨੂੰ ਕਿਹਾ ਚੱਲ ਪੁੱਤ ਚੋਰੀ ਕਰਨ ਚੱਲੀਏ, ਤੈਨੂੰ ਮੈਂ ਚੋਰੀ ਕਰਨੀ ਸਿਖਾਵਾਂ ਵੀ ਚੋਰੀ ਕਿੱਦਾਂ ਕਰੀਦੀ ਹੈ। ਉਹ ਆਪਣੇ ਪੁੱਤ ਨੂੰ ਲੈ ਕੇ ਤੁਰ ਪਿਆ, ਤੁਰਿਆ ਗਿਆ। ਇੱਕ ਇਕੱਲਾ ਘਰ ਸੀ। ਉਹਨੇ ਕਿਹਾ ਪੁੱਤ ਆਪਾਂ ਉਹ ਜਿਹੜਾ ਸਾਹਮਣੇ ਘਰ ਦਿਖਦਾ ਵਾ, ਉੱਥੇ ਆਪਾਂ ਜਾ ਕੇ ਚੋਰੀ ਕਰਨੀ ਹੈ। ਉਹਦਾ ਪੁੱਤ ਕਹਿੰਦਾ ਅੱਬੂ ਉੱਥੇ ਤਾਂ ਦੀਵਾ ਬਲਦਾ, ਉਸ ਘਰ ਉੱਥੇ ਦੀਵਾ ਬਲਦਾ ਵਾ, ਆਪਾਂ ਚੋਰੀ ਕਿੱਦਾਂ ਕਰਾਂਗੇ। ਉਹਨੇ ਕਿਹਾ ਪੁੱਤ ਅੱਗੇ ਮੈਂ 7 ਵਾਰੀ ਇਸ ਘਰ 'ਚ ਚੋਰੀ ਕੀਤੀ ਆ, ਤੇ ਦੀਵਾ ਐਵੇਂ ਹੀ ਬਲਦਾ ਸੀ। 7 ਵਾਰੀ ਮੈਂ ਇਸ ਘਰ 'ਚ ਚੋਰੀ ਕੀਤੀ ਪਹਿਲੇ ਵੀ। ਉਹਨੇ ਕਿਹਾ ਅੱਬਾ ਤੂੰ 7 ਵਾਰੀ ਚੋਰੀ ਕੀਤੀ ਹੈ ਤੇ ਫਿਰ ਵੀ ਆਪਣੇ ਘਰ ਦੀਵਾ ਨਹੀਂ ਬਲਿਆ। ਉਸ ਬੰਦੇ ਦੇ ਘਰ ਆਪਾਂ 7 ਵਾਰੀ ਚੋਰੀ ਕਰ ਲਈ ਹੈ ਤੇ ਉਹਦੇ ਫਿਰ ਵੀ ਦੀਵਾ ਬਲਦਾ ਪਿਆ, ਤੇ ਤੂੰ 7 ਵਾਰੀ ਚੋਰੀ ਕਰਕੇ ਆਪਣੇ ਘਰ 'ਚ ਫਿਰ ਵੀ ਦੀਵਾ ਨਹੀਂ ਬਾਲ ਸਕਿਆ। ਚੱਲ ਮੋੜ ਚਲੀਏ। ਦੋਨੇ ਪਿਓ ਪੁੱਤ ਉੱਥੋਂ ਪਿੱਛੇ ਨੂੰ ਆ ਗਏ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਇਬਰਤ ਹੁੰਦੀਆਂ, ਸਾਨੂੰ ਇਹਦੇ ਤੋਂ ਸਬਕ ਸਿੱਖਣਾ ਚਾਹੀਦਾ। ਅੱਲਾਹ ਤਾਲਾ ਤੁਹਾਡਾ ਹਾਮੀ ਨਾਸਰ ਹੋਵੇ। ਹੱਸਦੇ ਰਹੋ, ਵਸਦੇ ਰਹੋ। ਰੱਬ ਰਾਖਾ।